ਸਤਿ ਸ਼੍ਰੀ ਅਕਾਲ ਦੋਸਤੋ, ਵੈਲਕਮ ਟੂ ਡੋਰ ਸਟੈਪ ਐਜੂਕੇਸ਼ਨ ਪੁਆਇੰਟ। ਬਾਲ ਵਿਕਾਸ ਦੀ ਕਲਾਸ ਦਾ ਅੱਜ ਹੈ 11th ਲੈਸਨ, ਜਿਹਦੇ ਵਿੱਚ ਕੁਝ ਆਪਾਂ ਪ੍ਰੀਵੀਅਸ ਈਅਰ ਦੇ ਪ੍ਰਸ਼ਨਾਂ ਨੂੰ ਡਿਸਕਸ ਕਰਨ ਜਾ ਰਹੇ ਹਾਂ। ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ ਐਂਡ ਸੈਸ਼ਨ ਦੀ PDF ਨੂੰ ਪ੍ਰਾਪਤ ਕਰਨ ਦੇ ਲਈ ਆਪਣਾ ਟੈਲੀਗ੍ਰਾਮ ਚੈਨਲ, ਜਿਹਦਾ ਨਾਮ ਹੈਗਾ ਜੀ ਡੋਰ ਸਟੈਪ ਐਜੂਕੇਸ਼ਨ ਪੁਆਇੰਟ, ਉਹਨੂੰ ਜ਼ਰੂਰ ਜੁਆਇਨ ਕਰ ਲਿਓ। ਸੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਆਪਣੀ ਕਲਾਸ ਦਾ ਆਪਣਾ ਪਹਿਲਾ ਪ੍ਰਸ਼ਨ ਜਿਹੜਾ ਕਿ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਸੰਮਿਲਿਤ ਸਿੱਖਿਆ ਦੀ ਗੱਲ ਕੀਤੀ ਜਾ ਰਹੀ ਹੈ। ਸੰਮਿਲਿਤ ਸਿੱਖਿਆ ਨੂੰ ਤੁਸੀਂ ਅੰਗਰੇਜ਼ੀ ਵਿੱਚ ਇਨਕਲੂਸਿਵ ਐਜੂਕੇਸ਼ਨ ਕਹਿੰਦੇ ਹੋ। ਕੀ ਕਹਿੰਦੇ ਹੋ ਜੀ? ਇਨਕਲੂਸਿਵ ਐਜੂਕੇਸ਼ਨ ਤੁਸੀਂ ਇੰਗਲਿਸ਼ ਵਿੱਚ ਕਹਿੰਦੇ ਹੋ। ਇੰਗਲਿਸ਼ ਦਾ ਵਰਡ ਜਿਹੜਾ ਇਨਕਲੂਸਿਵ ਐਜੂਕੇਸ਼ਨ, ਇਹ ਪਹਿਲੀ ਵਾਰ ਵਰਤਿਆ ਗਿਆ ਸੀਗਾ। ਕਿੱਥੇ ਵਰਤਿਆ ਗਿਆ ਸੀਗਾ, ਇਹੀ ਤੁਹਾਨੂੰ ਪ੍ਰਸ਼ਨ ਵਿੱਚ ਪੁੱਛਿਆ ਜਾ ਰਿਹਾ। ਸਰਵ ਸਿੱਖਿਆ ਅਭਿਆਨ 2000 ਦੇ ਵਿੱਚ, ਸੈਕੰਡਰੀ ਪੜਾਅ ਤੇ ਅਸਮਰੱਥ ਬੱਚਿਆਂ ਡਿਸੇਬਲਡ ਲਈ ਸਮਾਵੇਸ਼ੀ ਸਿੱਖਿਆ ਦੀ ਯੋਜਨਾ 2009, ਜਾਂ ਫਿਰ ਰਾਸ਼ਟਰੀ ਪਾਠਕ੍ਰਮ ਢਾਂਚਾ 2005, ਜਾਂ ਫਿਰ ਸਾਲਾਮਾਂਕਾ ਸਟੇਟਮੈਂਟ ਅਤੇ ਕਾਰਵਾਈ ਦਾ ਢਾਂਚਾ 1994। ਸਹੀ ਜਵਾਬ ਦੀ ਗੱਲ ਕਰੀਏ ਤਾਂ ਇਹਦੀ ਵਰਤੋਂ ਕੀਤੀ ਗਈ ਸੀਗੀ ਸਾਲਾਮਾਂਕਾ ਸਟੇਟਮੈਂਟ ਅਤੇ ਕਾਰਵਾਈ ਦਾ ਢਾਂਚਾ 1994 ਦੇ ਵਿੱਚ ਸਭ ਤੋਂ ਪਹਿਲੀ ਵਾਰ ਦੀ ਗੱਲ ਕੀਤੀ ਜਾ ਰਹੀ ਹੈ। ਸੋ ਆਪਸ਼ਨ ਨੰਬਰ ਡੀ ਜਵਾਬ ਨੂੰ ਤੁਸੀਂ ਲਗਾ ਸਕਦੇ ਹੋ ਟਿਕ। ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। CCE ਦੀ ਗੱਲ ਪੁੱਛੀ ਜਾ ਰਹੀ ਹੈ। CCE ਇੰਗਲਿਸ਼ ਵਿੱਚ ਇਹਦੀ ਫੁੱਲ ਫਾਰਮ ਕੀ ਹੁੰਦੀ ਹੈ ਜੀ? ਇਹ ਜ਼ਰੂਰ ਰਾਈਟ ਕਰ ਦਿਓ। ਨਿਰੰਤਰ ਅਤੇ ਵਿਆਪਕ ਮੁਲਾਂਕਣ। ਵੈਸੇ ਜੇਕਰ ਤੁਸੀਂ ਇਹਦੀ ਟਰਾਂਸਲੇਸ਼ਨ ਕਰ ਦੋਗੇ ਇੰਗਲਿਸ਼ ਵਿੱਚ, ਫੁੱਲ ਫਾਰਮ ਬਣ ਜਾਣੀਆਂ ਨਿਰੰਤਰ ਅਤੇ ਵਿਆਪਕ ਮੁਲਾਂਕਣ ਦਾ ਉਦੇਸ਼ ਕੀ ਹੈਗਾ ਜੀ? ਬੱਚੇ ਦੀ ਸਮੁੱਚੀ ਕਾਰਗੁਜ਼ਾਰੀ ਵਿੱਚ ਸੁਧਾਰ ਕਰਨਾ, ਬੱਚੇ ਦੀ ਬੌਧਿਕ ਕਾਰਗੁਜ਼ਾਰੀ ਵਿੱਚ ਸੁਧਾਰ ਕਰਨਾ, ਬੱਚੇ ਦੀ ਸਮਾਜਿਕ ਕਾਰਗੁਜ਼ਾਰੀ ਵਿੱਚ ਸੁਧਾਰ ਕਰਨਾ, ਜਾਂ ਫਿਰ ਬੱਚੇ ਦੀ ਸਰੀਰਕ ਕਾਰਗੁਜ਼ਾਰੀ ਵਿੱਚ ਸੁਧਾਰ ਕਰਨਾ। ਸਹੀ ਜਵਾਬ ਦੀ ਗੱਲ ਕਰੀਏ, ਆਪਸ਼ਨ ਨੰਬਰ ਏ ਜਵਾਬ ਤੁਹਾਡਾ ਬਿਲਕੁਲ ਸਹੀ ਹੋਏਗਾ ਕਿ ਬੱਚੇ ਦੀ ਸਮੁੱਚੀ ਓਵਰਆਲ ਡਿਵੈਲਪਮੈਂਟ ਦੀ ਆਪਾਂ ਗੱਲ ਕਰਦੇ ਹਾਂ। ਸੋ ਉਹਦੀ ਕਾਰਗੁਜ਼ਾਰੀ ਵਿੱਚ ਸੁਧਾਰ ਕਰਨਾ, ਆਪਸ਼ਨ ਨੰਬਰ ਏ ਤੁਹਾਡਾ ਬਣੇਗਾ ਜੀ ਸਹੀ ਜਵਾਬ। ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ, ਇਹਦੇ ਵਿੱਚ ਤੁਹਾਡੇ ਤੋਂ ਫਿਰ ਪੁੱਛਿਆ ਜਾ ਰਿਹਾ, ਸੰਮਿਲਿਤ ਸਥਾਪਨਾ ਤੋਂ ਕੀ ਭਾਵ ਹੈ? ਸੋ ਇਨਕਲੂਸਿਵ ਐਜੂਕੇਸ਼ਨ ਦੀ ਹੀ ਗੱਲ ਪੁੱਛੀ ਜਾ ਰਹੀ ਹੈ। ਸੋ ਇਹਦਾ ਮਤਲਬ ਕੀ ਹੈਗਾ ਆ, ਤੁਸੀਂ ਕੀ ਸਮਝਦੇ ਹੋ? ਵਿਸ਼ੇਸ਼ ਸਕੂਲਾਂ ਵਿੱਚ CWSN। ਵੈਸੇ CWSN ਦੀ ਫੁੱਲ ਫਾਰਮ ਕੀ ਹੋਊਗੀ ਜੀ? CWSN ਦੀ ਫੁੱਲ ਫਾਰਮ ਹੋਣੀ ਹੈ ਜੀ ਚਿਲਡਰਨ ਵਿਦ ਸਪੈਸ਼ਲ ਨੀਡਸ, ਕਹਿ ਸਕਦੇ ਹੋ। ਸੋ ਇਹਦੇ ਵਿੱਚ ਪੁੱਛਿਆ ਜਾ ਰਿਹਾ ਕਿ ਸੰਮਿਲਿਤ ਸਥਾਪਨਾ ਤੋਂ ਕੀ ਭਾਵ ਹੈ? ਵਿਸ਼ੇਸ਼ ਸਕੂਲਾਂ ਵਿੱਚ ਜਿਹੜੇ ਸਪੈਸ਼ਲ ਬੱਚੇ ਹੁੰਦੇ ਨੇ ਉਹਨਾਂ ਨੂੰ ਸ਼ਾਮਿਲ ਕਰਨਾ, ਜਾਂ ਫਿਰ ਨਿਯਮਿਤ ਹੁੰਦਾ ਜੀ ਰੈਗੂਲਰ ਸਕੂਲਾਂ ਵਿੱਚ ਤਤਪਰਤਾ ਦੇ ਆਧਾਰ ਤੇ ਕੁਝ CWSN, ਮਤਲਬ ਕਿ ਕੁਝ CWSN ਬੱਚਿਆਂ ਨੂੰ ਸ਼ਾਮਿਲ ਕਰਨਾ, ਜਾਂ ਫਿਰ ਨਿਯਮਿਤ ਸਕੂਲਾਂ ਵਿੱਚ ਬਿਨਾਂ ਅਪੰਗਤਾ ਵਾਲੇ ਬੱਚਿਆਂ ਸਮੇਤ ਸਾਰੇ CWSN। ਕੀ ਰੈਗੂਲਰ ਸਕੂਲਾਂ ਦੇ ਵਿੱਚ ਜਿਹੜੇ ਤਾਂ ਹੈਗੇ ਆ ਜੀ ਨਾਨ ਡਿਸੇਬਲ ਬੱਚੇ, ਜਾਂ ਫਿਰ ਕਹਿ ਲਓ ਰੈਗੂਲਰ ਬੱਚੇ ਜਿਹੜੇ ਕਿ ਨਾਰਮਲੀ ਸਕੂਲਾਂ ਵਿੱਚ ਹੁੰਦੇ ਹੀ ਆ, ਉਹਨਾਂ ਦੇ ਨਾਲ ਜਿਹੜੇ ਸਪੈਸ਼ਲ ਬੱਚੇ ਹੁੰਦੇ ਆ ਜੀ ਉਹਨਾਂ ਨੂੰ ਸ਼ਾਮਿਲ ਕਰਨਾ, ਜਾਂ ਫਿਰ ਸਾਰੇ ਜਿਹੜੇ ਬੱਚੇ ਹੋਣਗੇ ਜੀ ਇਹਦੇ ਵਿੱਚ ਦੇਖਣ ਨੂੰ ਮਿਲਣਗੇ, ਜਾਂ ਫਿਰ ਆਪਸ਼ਨ ਨੰਬਰ ਡੀ ਨਿਯਮਿਤ ਸਕੂਲਾਂ ਵਿੱਚ ਬਿਨਾਂ ਡਿਸੇਬਿਲਿਟੀ ਵਾਲੇ ਬੱਚੇ। ਇੱਥੇ ਲਿਖਿਆ ਬਿਨਾਂ ਡਿਸੇਬਿਲਿਟੀ ਵਾਲੇ ਬੱਚੇ, ਆਪਾਂ ਭੇਦਭਾਵ ਨਹੀਂ ਕਰਦੇ, ਇਨਕਲੂਸਿਵ ਐਜੂਕੇਸ਼ਨ ਦੇ ਵਿੱਚ ਸਾਰਿਆਂ ਨੂੰ ਸ਼ਾਮਿਲ ਕਰਦੇ ਹਾਂ। ਸੋ ਇਸ ਅਕੋਰਡਿੰਗ ਆਪਸ਼ਨ ਨੰਬਰ ਸੀ ਜਵਾਬ ਤੁਹਾਡਾ ਬਣੇਗਾ ਜੀ ਸਹੀ। ਨਿਯਮਿਤ ਸਕੂਲਾਂ ਵਿੱਚ ਬਿਨਾਂ ਅਪੰਗਤਾ ਵਾਲੇ ਬੱਚਿਆਂ ਸਮੇਤ CWSN, ਆਪਸ਼ਨ ਨੰਬਰ ਸੀ ਜਵਾਬ ਨੂੰ ਤੁਸੀਂ ਲਗਾ ਸਕਦੇ ਹੋ ਟਿਕ। ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਇੰਪੇਅਰਮੈਂਟ ਕਮਜ਼ੋਰੀ ਦਾ ਜਿਹੜਾ ਪੱਧਰ ਹੈਗਾ ਜੀ ਉਹ ਕੀ ਹੈ? ਇੰਪੇਅਰਮੈਂਟ ਕਾਰਜਸ਼ੀਲ ਪੱਧਰ ਹੈ, ਅੰਗ ਦਾ ਪੱਧਰ ਹੈ, ਜਾਂ ਫਿਰ ਦੋਵੇਂ ਕਾਰਜਸ਼ੀਲ ਅਤੇ ਅੰਗ ਦਾ ਪੱਧਰ, ਜਾਂ ਫਿਰ ਨਾ ਤਾਂ ਕਾਰਜਸ਼ੀਲ ਨਾ ਹੀ ਅੰਗ ਦਾ ਪੱਧਰ। ਸੋ ਇੰਪੇਅਰਮੈਂਟ ਲੈਵਲ ਦੀ ਗੱਲ ਪੁੱਛੀ ਜਾ ਰਹੀ ਹੈ ਤੁਹਾਡੇ ਤੋਂ। ਸੋ ਇਹਦਾ ਜਿਹੜਾ ਸਹੀ ਜਵਾਬ ਹੋਏਗਾ ਜੀ ਉਹ ਕੀ ਹੋਏਗਾ? ਆਪਸ਼ਨ ਨੰਬਰ ਏ ਜਵਾਬ ਤੁਹਾਡਾ ਸਹੀ ਹੋਏਗਾ ਜੀ ਕਾਰਜਸ਼ੀਲ ਪੱਧਰ। ਜੇਕਰ ਕਿਸੇ ਪਰਸਨ ਦੇ ਵਿੱਚ ਇੰਪੇਅਰਮੈਂਟ ਹੈਗੀ ਆ ਤੇ ਫੰਕਸ਼ਨਲ ਲੈਵਲ, ਕਾਰਜਸ਼ੀਲ ਪੱਧਰ ਨੂੰ ਤੁਸੀਂ ਇੰਗਲਿਸ਼ ਵਿੱਚ ਫੰਕਸ਼ਨਲ ਲੈਵਲ ਕਹਿੰਦੇ ਹੋ। ਅੰਗ ਦਾ ਪੱਧਰ ਤੁਸੀਂ ਸਟਰਕਚਰਲ ਲੈਵਲ ਤੇ ਇਹਦੀ ਗੱਲ ਕੀਤੀ ਜਾ ਸਕਦੀ ਹੈ। ਸੋ ਕਾਰਜਸ਼ੀਲ ਪੱਧਰ ਦੇ ਵਿੱਚ, ਫੰਕਸ਼ਨਲ ਲੈਵਲ ਦੇ ਵਿੱਚ ਜੇ ਕੋਈ ਪਰਸਨ ਪਹਿਲਾਂ ਜਿਹੜੇ ਕੰਮ ਕਰ ਪਾ ਰਿਹਾ ਸੀਗਾ, ਇੰਪੇਅਰਮੈਂਟ ਕਰਕੇ ਉਹ ਜਿਹੜਾ ਕੰਮ ਹੈਗਾ ਜੀ ਉਹ ਨਹੀਂ ਕਰ ਪਾਊਗਾ। ਸੋ ਆਪਸ਼ਨ ਨੰਬਰ ਏ ਜਵਾਬ ਮੈਂ ਤੁਹਾਡਾ ਸਹੀ ਦੱਸਤਾ ਸੀਗਾ। ਅੱਗੇ ਚੱਲਦੇ ਹਾਂ, ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ ਡਿਸਕੈਲਕੁਲੀਆ ਦੀ ਗੱਲ ਕੀਤੀ ਜਾ ਰਹੀ ਹੈ। ਡਿਸਕੈਲਕੁਲੀਆ ਹੈ ਕਿ ਇੱਕ ਅਜਿਹੀ ਸਥਿਤੀ ਹੈ ਜੋ ਡੈਸ਼ ਨੇੜਿਓਂ ਜੁੜਿਆ ਹੋਇਆ ਹੈ ਬੋਲਣ ਦੀ ਸਮੱਸਿਆ ਨਾਲ, ਪੜ੍ਹਨ ਦੀ ਸਮੱਸਿਆ ਨਾਲ, ਲਿਖਤ ਦੀ ਸਮੱਸਿਆ ਨਾਲ, ਸੰਖਿਆਵਾਂ ਦੀ ਗਣਨਾ ਦੀ ਸਮੱਸਿਆ ਨਾਲ। ਵੈਸੇ ਦੱਸਿਓ ਮੈਨੂੰ ਪੜ੍ਹਨ ਦੀ ਸਮੱਸਿਆ ਨੂੰ ਤੁਸੀਂ ਕਹਿੰਦੇ ਕੀ ਹੋ? ਐਂਡ ਇਸ ਪ੍ਰਸ਼ਨ ਦਾ ਜਿਹੜਾ ਜਵਾਬ ਹੋਊਗਾ ਜੀ ਡਿਸਕੈਲਕੁਲੀਆ ਜਿਹੜਾ ਰਿਲੇਟਡ ਹੈਗਾ ਜੀ ਸੰਖਿਆਵਾਂ ਦੀ ਗਣਨਾ ਦੀ ਸਮੱਸਿਆ, ਕੈਲਕੂਲੇਸ਼ਨ ਨਾਲ, ਨੰਬਰ ਕੈਲਕੂਲੇਸ਼ਨ ਦੀ ਪ੍ਰੋਬਲਮ ਨਾਲ ਰਿਲੇਟਡ ਹੈਗਾ ਜੀ ਡਿਸਕੈਲਕੁਲੀਆ। ਆਪਸ਼ਨ ਨੰਬਰ ਡੀ ਜਵਾਬ ਨੂੰ ਤੁਸੀਂ ਲਗਾ ਸਕਦੇ ਹੋ ਟਿਕ। ਅਗਲਾ ਪ੍ਰਸ਼ਨ ਦੇਖੋ ਜੀ, ਪਿਆਜੇ ਦੀ ਥਿਊਰੀ ਹੈਗੀ ਆ ਵਿਕਾਸ ਮਨੋਵਿਗਿਆਨ, ਠੀਕ ਹੈ ਜੀ।
ਇਹ ਗੱਲ ਕਰਦੇ ਹੈਗੇ ਆ ਜੀ ਵਿਕਾਸ ਮਨੋਵਿਗਿਆਨ ਦੀ। ਇਹ ਕਿਹੜੀ ਚੀਜ਼ ਨਾਲ ਸੰਬੰਧਿਤ ਹੈਗੀ ਆ ਤੁਹਾਨੂੰ ਇਹ ਪੁੱਛਿਆ ਜਾ ਰਿਹਾ। ਭਾਵ ਇਹ ਇੱਕ ਡਿਵੈਲਪਮੈਂਟਲ ਥਿਊਰੀ ਹੈਗੀ ਆ, ਪਿਆਜੇ ਨੇ ਦਿੱਤੀ ਆ। ਮਨੋਵਿਗਿਆਨ ਦੇ ਵਿੱਚ ਸਾਈਕੋਲੋਜੀ ਦੀ ਗੱਲ ਕੀਤੀ ਜਾ ਰਹੀ ਆ। ਸੋ ਇਹ ਜਿਹੜੀ ਡਿਵੈਲਪਮੈਂਟ ਦੀ ਥਿਊਰੀ ਹੈਗੀ ਉਹ ਕਾਹਦੇ ਨਾਲ ਰਿਲੇਟਡ ਹੈ? ਸਮਾਜਿਕ ਵਿਕਾਸ ਦੇ ਨਾਲ, ਸੋਸ਼ਲ ਡਿਵੈਲਪਮੈਂਟ, ਜਾਂ ਫਿਰ ਬੁੱਧਾਤਮਕ ਵਿਕਾਸ, ਕੋਗਨੀਟਿਵ ਡਿਵੈਲਪਮੈਂਟ, ਭਾਵਨਾਤਮਕ, ਭਾਵਨਾਵਾਂ ਨੂੰ ਤੁਸੀਂ ਕਹਿੰਦੇ ਹੋ ਇਮੋਸ਼ਨਲ ਡਿਵੈਲਪਮੈਂਟ, ਨੈਤਿਕ ਨੂੰ ਤੁਸੀਂ ਮੋਰਲ ਡਿਵੈਲਪਮੈਂਟ ਕਹਿੰਦੇ ਹੋ। ਸਹੀ ਜਵਾਬ ਕੀ ਬਣੂਗਾ ਜੀ? ਸਹੀ ਜਵਾਬ ਦੀ ਜੇਕਰ ਗੱਲ ਕਰੀਏ ਤਾਂ ਆਪਸ਼ਨ ਨੰਬਰ ਬੀ ਜਵਾਬ ਤੁਹਾਡਾ ਬਣੇਗਾ ਜੀ ਸਹੀ। ਪਿਆਜੇ ਦੀ ਕੋਗਨੀਟਿਵ ਡਿਵੈਲਪਮੈਂਟ ਦੀ ਥਿਊਰੀ ਹੈਗੀ ਆ, ਤੁਹਾਨੂੰ ਸਾਰਿਆਂ ਨੂੰ ਪਤਾ। ਇਹ ਆਪਸ਼ਨ ਬੀ ਇਹਦਾ ਜਵਾਬ ਸਹੀ ਹੋਊਗਾ। ਅਗਲਾ ਪ੍ਰਸ਼ਨ ਦੇਖ ਲੈਂਦੇ ਆ ਜੀ। ਪਿਆਜੇ ਦੀ ਫਿਰ ਥਿਊਰੀ ਤੋਂ ਸੰਬੰਧਿਤ ਪ੍ਰਸ਼ਨ ਪੁੱਛਿਆ ਜਾ ਰਿਹਾ। ਪਿਆਜੇ ਦੀ ਬੌਧਿਕ ਵਿਕਾਸ ਦੇ ਸਿਧਾਂਤ ਅਨੁਸਾਰ ਸਕੀਮਾ ਕਿਸ ਤਰ੍ਹਾਂ ਪਰਿਭਾਸ਼ਿਤ ਕੀਤਾ ਗਿਆ ਹੈ? ਪਿਆਜੇ ਦੀ ਬੌਧਿਕ ਵਿਕਾਸ ਦੇ ਸਿਧਾਂਤ ਅਨੁਸਾਰ ਸਕੀਮਾ ਜਿਹੜਾ ਵਰਡ ਹੈਗਾ ਜੀ, ਇਹਦੇ ਬਾਰੇ ਤੁਹਾਡੇ ਤੋਂ ਪੁੱਛਿਆ ਜਾ ਰਿਹਾ। ਇਹ ਆਪਸ਼ਨ ਨੰਬਰ ਏ ਕਿਸੇ ਦੀ ਬੌਧਾਤਮਕ ਬਣਤਰ ਦੀ ਬੁਨਿਆਦੀ ਕਾਰਜਸ਼ੀਲ ਇਕਾਈ। ਆਪਸ਼ਨ ਨੰਬਰ ਬੀ ਕਿਸੇ ਦੀ ਸਮਾਜਿਕ ਬਣਤਰ ਦੀ ਬੁਨਿਆਦੀ ਕਾਰਜਸ਼ੀਲ ਇਕਾਈ। ਆਪਸ਼ਨ ਨੰਬਰ ਸੀ ਕਿਸੇ ਦੀ ਭਾਵਨਾਤਮਕ ਬਣਤਰ ਦੀ ਬੁਨਿਆਦੀ ਕਾਰਜਸ਼ੀਲ ਇਕਾਈ। ਜਾਂ ਫਿਰ ਆਪਸ਼ਨ ਨੰਬਰ ਡੀ ਕਿਸੇ ਦੀ ਆਰਥਿਕ ਬਣਤਰ ਦੀ ਬੁਨਿਆਦੀ ਕਾਰਜਸ਼ੀਲ ਇਕਾਈ। ਸਹੀ ਜਵਾਬ ਦੀ ਜੇਕਰ ਗੱਲ ਕਰੀਏ, ਪਿਆਜੇ ਦੀ ਬੌਧਿਕ ਵਿਕਾਸ ਦੇ ਸਿਧਾਂਤ ਅਨੁਸਾਰ ਸਕੀਮਾ ਨੂੰ ਪਰਿਭਾਸ਼ਿਤ ਕਰਨ ਦੇ ਲਈ ਆਪਾਂ ਕਹਿ ਸਕਦੇ ਹਾਂ ਕਿਸੇ ਦੀ ਬੁੱਧਾਤਮਕ ਬਣਤਰ ਦੀ ਬੁਨਿਆਦੀ ਕਾਰਜਸ਼ੀਲ ਜਿਹੜੀ ਇਕਾਈ ਹੈਗੀ ਆ ਜੀ। ਇਹ ਆਪਸ਼ਨ ਨੰਬਰ ਏ ਜਵਾਬ ਸਹੀ ਹੋ ਜਾਊਗਾ ਜੀ। ਐਂਡ ਇਹ ਗੱਲ ਤਾਂ ਬੁੱਧਾਤਮਕ ਬਣਤਰ ਦੀ ਹੀ ਕਰਦੇ ਸੀਗੇ। ਸੋ ਆਪਸ਼ਨ ਨੰਬਰ ਏ ਜਵਾਬ ਨੂੰ ਤੁਸੀਂ ਲਗਾ ਦਿਓ ਟਿਕ। ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਕੋਲਬਰਗ ਦੀ ਇੱਕ ਥਿਊਰੀ ਹੈਗੀ ਆ ਮੋਰਲ ਡਿਵੈਲਪਮੈਂਟ ਦੀ। ਕਿਹੜੀ ਥਿਊਰੀ ਹੈਗੀ ਆ ਜੀ? ਮੋਰਲ ਡਿਵੈਲਪਮੈਂਟ ਦੀ ਇੱਕ ਜਿਹੜੀ ਥਿਊਰੀ ਹੈਗੀ ਆ ਜੀ, ਉਹ ਕਿਹਦੇ ਦੁਆਰਾ ਦਿੱਤੀ ਗਈ ਆ ਜੀ? ਉਹ ਦਿੱਤੀ ਗਈ ਆ ਜੀ ਲਾਰੈਂਸ ਕੋਲਬਰਗ ਦੁਆਰਾ। ਸੋ ਕੋਲਬਰਗ ਦੀ ਜਿਹੜੀ ਥਿਊਰੀ ਹੈਗੀ ਆ, ਇਹ ਕਿੰਨੇ ਪੜਾਅ ਤੁਹਾਨੂੰ ਇਹਦੇ ਵਿੱਚ ਵੇਖਣ ਨੂੰ ਮਿਲਦੇ ਆ? ਇਹਦੇ ਵਿੱਚ ਪੜਾਅ ਨੂੰ ਤੁਸੀਂ ਕਹਿੰਦੇ ਹੋ ਜੀ ਲੈਵਲ। ਇਹਦੇ ਵਿੱਚ ਤੁਸੀਂ ਇਹਨੂੰ ਸਟੇਜਸ ਕਹਿ ਦਿੰਦੇ ਹੋ। ਸੋ ਕਿੰਨੇ ਜਿਹੜੇ ਸਟੇਜਸ ਹੈਗੇ ਆ ਜੀ ਉਹ ਤੁਹਾਨੂੰ ਵੇਖਣ ਨੂੰ ਮਿਲਦੇ ਹੈਗੇ ਆ। ਸੋ ਇਹੀ ਗੱਲ ਤੁਹਾਡੇ ਤੋਂ ਪੁੱਛੀ ਜਾ ਰਹੀ ਹੈ। ਐਂਡ ਤੁਹਾਨੂੰ ਇਹਨਾਂ ਚੀਜ਼ਾਂ ਦਾ ਵੀ ਧਿਆਨ ਰੱਖਣਾ ਪੈਣਾ ਆ ਕਿ ਉਹ ਲੈਵਲ ਪੁੱਛ ਰਹੇ ਆ ਜਾਂ ਫਿਰ ਸਟੇਜਸ ਪੁੱਛ ਰਹੇ ਆ। ਜੇਕਰ ਤਾਂ ਉਹ ਪੁੱਛਣਗੇ ਲੈਵਲ, ਫਿਰ ਤੁਹਾਡਾ ਜਵਾਬ ਹੋਰ ਹੋਏਗਾ। ਜੇਕਰ ਉਹ ਸਟੇਜਸ ਪੁੱਛ ਰਿਹਾ, ਫਿਰ ਤੁਹਾਡਾ ਜਿਹੜਾ ਜਵਾਬ ਹੋਏਗਾ ਜੀ ਉਹ ਅਲੱਗ ਹੋਏਗਾ। ਸੋ ਲਾਰੈਂਸ ਕੋਲਬਰਗ ਦੀ ਪਹਿਲਾਂ ਤਾਂ ਤੁਸੀਂ ਜਵਾਬ ਦੇ ਦਿਓ, ਇਹਦਾ ਬਣੂਗਾ ਕੀ? ਪੜਾਵਾਂ ਦੀ ਜਿਹੜੀ ਗਿਣਤੀ ਹੈਗੀ ਹੈ ਜੀ 5, 4, 6 ਜਾਂ ਫਿਰ 3। ਜੇਕਰ ਉਹਨਾਂ ਨੇ ਸਟੇਜਸ ਪੁੱਛਿਆ ਆ ਤੇ ਸਟੇਜਸ ਬਣਦੀਆਂ ਨੇ ਜੀ 6। ਆਪਸ਼ਨ ਨੰਬਰ ਜਿਹੜਾ ਇਹਦੇ ਵਿੱਚ ਸੀ ਜਵਾਬ ਹੋਏਗਾ ਜੀ, ਇਹ ਬਿਲਕੁਲ ਤੁਹਾਡਾ ਸਹੀ ਹੋਣਾ ਆ। ਬਟ ਜੇ ਉਹਨਾਂ ਨੇ ਲੈਵਲ ਪੁੱਛਿਆ ਹੁੰਦਾ, ਲੈਵਲ ਤੇ ਤੁਸੀਂ ਜਿਹੜਾ ਜਵਾਬ ਦੇਣਾ ਸੀਗਾ ਜੀ, ਲੈਵਲ ਤੁਹਾਨੂੰ 3 ਵੇਖਣ ਨੂੰ ਮਿਲਦੇ ਆ। ਲੈਵਲ ਹੈਗਾ ਜੀ 3। ਹਰੇਕ ਲੈਵਲ ਦੇ ਵਿੱਚ ਤੁਹਾਨੂੰ 2 ਸਟੇਜਸ ਵੇਖਣ ਨੂੰ ਮਿਲਦੀਆਂ ਨੇ। ਸੋ ਇਹਦਾ ਜਿਹੜਾ ਸਹੀ ਜਵਾਬ ਬਣੇਗਾ ਜੀ ਉਹ ਕੀ ਬਣੇਗਾ? ਆਪਸ਼ਨ ਨੰਬਰ ਸੀ ਜਵਾਬ ਤੁਹਾਡਾ ਸਹੀ ਬਣ ਜਾਏਗਾ ਜੀ। 6 ਜਿਹੜੇ ਤੁਹਾਨੂੰ ਲੈਵਲ ਜਿਹੜੇ ਸਟੇਜਸ ਨੇ ਜੀ ਉਹ ਵੇਖਣ ਨੂੰ ਮਿਲਦੇ ਆ। ਨੈਕਸਟ ਪ੍ਰਸ਼ਨ ਦੇ ਵਿੱਚ ਤੁਹਾਡੇ ਤੋਂ ZPD ਦੀ ਫੁੱਲ ਫਾਰਮ ਪੁੱਛੀ ਜਾ ਰਹੀ ਹੈ। ਹੁਣ ਤੁਸੀਂ ਮੈਨੂੰ ਦੱਸ ਦਿਓ ZPD ਇਸ ਦੇ ਨਾਲ MKO ਮੋਰ ਨੋਲੇਜੇਬਲ ਅਦਰ ਐਂਡ ਸਕੈਫੋਲਡਿੰਗ ਨਾਮ ਦੀ ਜਿਹੜੀ ਟਰਮ ਹੈਗੀ ਆ ਜੀ, ਇਹ ਕਿਹਦੇ ਦੁਆਰਾ ਦਿੱਤੀ ਗਈ ਆ ਐਂਡ ਇਹਦੇ ਵਿੱਚ ਹੁੰਦਾ ਕੀ ਕੁਝ ਹੈ? ZPD ਦੀ ਗੱਲ ਕਰ ਰਹੇ ਸੀਗੇ, ਇਹਦੀ ਫੁੱਲ ਫਾਰਮ ਦੱਸਣੀ ਆ ਤੁਸੀਂ। ਇਹਦਾ ਭਾਵ ਕੀ ਹੈ? ਜ਼ੋਨ ਆਫ ਸਾਈਕੋਲੋਜੀਕਲ ਵਿਕਾਸ ਜਾਂ ਫਿਰ ਜ਼ੋਨ ਆਫ ਪੋਸਟੀਰੀਅਰ ਵਿਕਾਸ, ਜ਼ੋਨ ਆਫ ਪੈਰਲਲ ਵਿਕਾਸ ਜਾਂ ਫਿਰ ਜ਼ੋਨ ਆਫ ਪ੍ਰੋਕਸੀਮਲ ਵਿਕਾਸ। ਸਹੀ ਜਵਾਬ ਦੀ ਗੱਲ ਕਰਾਂਗੇ, ਆਪਸ਼ਨ ਨੰਬਰ ਡੀ ਜਵਾਬ ਤੁਹਾਡਾ ਸਹੀ ਹੋਏਗਾ। ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਮਨੁੱਖੀ ਵਾਧਾ ਦੀ ਗੱਲ ਕੀਤੀ ਜਾ ਰਹੀ ਆ, ਹਿਊਮਨ ਗਰੋਥ ਦੀ ਗੱਲ ਕੀਤੀ ਜਾ ਰਹੀ ਆ। ਜਿਹੜੀ ਤਬਦੀਲੀ ਹੋ ਰਹੀ ਆ, ਕੀ ਤੁਸੀਂ ਇਹਨੂੰ ਗਣਾਤਮਕ ਪਹਿਲੂ ਕਹਿੰਦੇ ਹੋ? ਗਣਾਤਮਕ ਪਹਿਲੂ ਨੂੰ ਤੁਸੀਂ ਇੰਗਲਿਸ਼ ਵਿੱਚ ਕੀ ਕਹਿ ਸਕਦੇ ਹੋ? ਕੁਆਂਟੀਟੇਟਿਵ ਕਹਿ ਸਕਦੇ ਹੋ। ਕੁਆਂਟੀਟੇਟਿਵ। ਗੁਣਾਤਮਕ ਜਿਹੜਾ ਪਹਿਲੂ ਹੈਗਾ ਜੀ, ਇਹਨੂੰ ਤੁਸੀਂ ਕੀ ਕਹੋਗੇ ਜੀ? ਕੁਆਲੀਟੇਟਿਵ ਪਹਿਲੂ ਕਹਿ ਸਕਦੇ ਹੋ। ਦੋਵੇਂ ਮਤਲਬ ਕਿ ਇਹ ਬੋਥ ਜਿਹੜੇ ਉੱਪਰਲੇ ਹੈਗੇ ਆ, ਤੇ ਆ ਜਾਂ ਫਿਰ ਇਹਨਾਂ ਵਿੱਚੋਂ ਕੋਈ ਵੀ ਨਹੀਂ, ਨੋ ਵਨ, ਠੀਕ ਹੈ ਜੀ, ਜਾਂ ਫਿਰ ਨਨ ਆਫ ਥੀਸ। ਇਹਨਾਂ ਵਿੱਚ ਦੱਸੋ ਕਿਹੜਾ ਜਵਾਬ ਸਹੀ ਹੋਊਗਾ? ਹਿਊਮਨ ਗਰੋਥ ਹੋ ਰਹੀ ਹੈ, ਮਤਲਬ ਕਿ ਹਿਊਮਨ ਦਾ ਕੱਦ ਵੱਧ ਰਿਹਾ, ਉਹਦਾ ਭਾਰ ਵੱਧ ਰਿਹਾ। ਸੋ ਇਹਨਾਂ ਚੀਜ਼ਾਂ ਨੂੰ ਤੁਸੀਂ ਦੇਖ ਸਕਦੇ ਹੋ। ਸੋ ਮਤਲਬ ਆਪਸ਼ਨ ਨੰਬਰ ਜਿਹੜਾ ਇਹ ਜਵਾਬ ਹੈਗਾ ਜੀ, ਇਹ ਤੁਹਾਡਾ ਸਹੀ ਹੋਊਗਾ ਗਣਾਤਮਕ। ਜੇ ਇੱਥੇ ਹਿਊਮਨ ਗਰੋਥ ਦੀ ਜਗ੍ਹਾ ਡਿਵੈਲਪਮੈਂਟ ਲਿਖਿਆ ਹੁੰਦਾ, ਫਿਰ ਕੀ ਤੁਸੀਂ ਜਵਾਬ ਲਾਉਣਾ ਸੀਗਾ? ਜੇ ਇੱਥੇ ਹਿਊਮਨ ਗਰੋਥ ਦੀ ਜਗ੍ਹਾ ਡਿਵੈਲਪਮੈਂਟ ਲਿਖਿਆ ਹੁੰਦਾ, ਫਿਰ ਜਿਹੜਾ ਤੁਹਾਡਾ ਜਵਾਬ ਬਣਨਾ ਸੀਗਾ ਉਹ ਕੀ ਬਣਨਾ ਸੀਗਾ ਜੀ? ਫਿਰ ਬਣਨਾ ਸੀਗਾ ਜੀ ਆਪਸ਼ਨ ਨੰਬਰ ਸੀ। ਮੈਂ ਉਸ ਕੇਸ ਦੀ ਗੱਲ ਕਰ ਰਿਹਾ ਜੇ ਇੱਥੇ ਡਿਵੈਲਪਮੈਂਟ ਲੱਗਿਆ ਹੁੰਦਾ। ਹੋ ਸਕਦਾ ਅਗਲੇ ਐਗਜ਼ਾਮ ਦੇ ਵਿੱਚ ਲਿਖਿਆ ਹੋਵੇ ਕਿ ਮਨੁੱਖੀ ਜਿਹੜਾ ਵਿਕਾਸ ਹੈਗਾ ਆ, ਹਿਊਮਨ ਡਿਵੈਲਪਮੈਂਟ ਹੈ, ਕਿਸ ਤਬਦੀਲੀ ਦਾ ਸੰਕੇਤ ਦਿੰਦਾ ਹੈ? ਫਿਰ ਤੁਸੀਂ ਜਵਾਬ ਲਾਉਣਾ ਸੀ ਆਪਸ਼ਨ ਸੀ। ਬਟ ਇਹਨਾਂ ਨੇ ਹਿਊਮਨ ਸਿਰਫ ਗਰੋਥ ਦੀ ਗੱਲ ਕੀਤੀ ਆ, ਤੇ ਇਹਦੇ ਵਿੱਚ ਆਪਸ਼ਨ ਨੰਬਰ ਏ ਜਵਾਬ ਤੁਸੀਂ ਸਹੀ ਲਗਾਓਗੇ। ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਸਾਈਕੋ ਸੈਕਸ਼ੂਅਲ ਥਿਊਰੀ ਹੈਗੀ ਹੈ ਇੱਕ ਵਿਕਾਸ ਦੀ ਥਿਊਰੀ, ਕਿਸ ਦੁਆਰਾ ਦਿੱਤੀ ਗਈ ਸੀਗੀ? ਕੀ ਇਹਨਾਂ ਦਾ ਨਾਮ ਪਿਆਜੇ ਹੈ? ਕੀ ਇਹਨਾਂ ਦਾ ਨਾਮ ਅਰਿਕਸਨ ਹੈ, ਫਰਾਇਡ ਹੈ ਜਾਂ ਫਿਰ ਕੋਲਬਰਗ ਹੈ?
ਬੱਚੇ ਦੀ ਮਨੋਲਿੰਗਕ ਸਾਈਕੋਸੈਕਸ਼ੂਅਲ ਵਿਕਾਸ ਦੀ ਜਿਹੜੀ ਥਿਊਰੀ ਹੈਗੀ ਆ ਕਿਸ ਦੁਆਰਾ ਦਿੱਤੀ ਗਈ ਸੀਗੀ? ਇਹਨਾਂ ਦਾ ਨਾਮ ਹੈਗਾ ਜੀ ਫਰਾਇਡ ਦੁਆਰਾ ਇਹ ਦਿੱਤੀ ਗਈ ਸੀਗੀ ਥਿਊਰੀ। ਆਪਸ਼ਨ ਨੰਬਰ ਸੀ ਜਵਾਬ ਤੇ ਟਿਕ ਲਗਾ ਦਿਓ। ਅਗਲੇ ਪ੍ਰਸ਼ਨ ਦੇ ਵਿੱਚ ਤੁਹਾਡੇ ਤੋਂ ਪੁੱਛਿਆ ਜਾ ਰਿਹਾ ਵਿਦਿਆਰਥੀਆਂ ਦੀ ਪ੍ਰਗਤੀ ਦੀ ਨਿਗਰਾਨੀ ਕਰਨ ਦੇ ਲਈ ਮੁਲਾਂਕਣ ਵਜੋਂ ਜਾਣਿਆ ਜਾਂਦਾ ਹੈ। ਸੋ ਇਹਦੇ ਵਿੱਚ ਸਹੀ ਜਵਾਬ ਦੱਸਣਾ ਆ ਤੁਸੀਂ। ਸਿੱਖਣ ਲਈ ਮੁਲਾਂਕਣ, ਸਿੱਖਣ ਦਾ ਮੁਲਾਂਕਣ, ਸਿੱਖਣ ਤੋਂ ਮੁਲਾਂਕਣ ਜਾਂ ਫਿਰ ਸਿੱਖਣ ਤੇ ਮੁਲਾਂਕਣ। ਇਸ ਮੁਲਾਂਕਣ ਦੇ ਵਿੱਚ ਤੁਸੀਂ ਬੱਚਿਆਂ ਨੂੰ ਕਰਦੇ ਕਿਉਂ? ਨਾਲ ਮੋਨੀਟਰ ਕਰਦੇ ਹੋ। ਜਿਵੇਂ ਤੁਹਾਡੇ ਜਿਹੜੇ ਫਾਰਮੈਟਿਵ ਟੈਸਟ ਲਏ ਜਾਂਦੇ ਆ, ਜਿਵੇਂ ਅੱਜ ਕੱਲ੍ਹ ਆਪਾਂ ਬਾਈ ਮੰਥਲੀ ਟੈਸਟ ਲੈ ਰਹੇ ਹਾਂ। ਅੱਜ ਕੱਲ੍ਹ ਤਾਂ ਨਹੀਂ ਲੈ ਰਹੇ, ਮਤਲਬ ਪਹਿਲਾਂ ਲੈ ਰਹੇ ਸੀਗੇ। ਸੋ ਹੁਣ ਆਪਾਂ ਅਗਲੇ ਮਹੀਨੇ ਸ਼ਾਇਦ ਹੋ ਸਕਦਾ ਬੱਚਿਆਂ ਦੇ ਬਾਈ ਮੰਥਲੀ ਟੈਸਟ ਲਈਏ। ਬਾਈ ਮੰਥਲੀ ਟੈਸਟ ਆਪਾਂ ਇਸ ਕਰਕੇ ਲੈਂਦੇ ਆ ਤਾਂ ਜੋ ਬੱਚਿਆਂ ਨੂੰ ਮੋਨੀਟਰ ਕੀਤਾ ਜਾ ਸਕੇ, ਬੱਚਿਆਂ ਦੀਆਂ ਜਿਹੜੀਆਂ ਗਲਤੀਆਂ ਨੇ ਜਾਂ ਫਿਰ ਬੱਚੇ ਜਿਹੜੇ ਕਨਸੈਪਟ ਵਿੱਚ ਵੀਕ ਹੈਗੇ ਆ ਉਹਨਾਂ ਨੂੰ ਸਟਰੋਂਗ ਕੀਤਾ ਜਾ ਸਕੇ, ਤਾਂ ਜੋ ਬੱਚੇ ਫਾਈਨਲ ਈਅਰ ਵਿੱਚ ਵਧੀਆ ਅਟੈਂਪਟ ਕਰਨ। ਸੋ ਇਹੋ ਜਿਹੇ ਮੁਲਾਂਕਣ ਨੂੰ ਤੁਸੀਂ ਕੀ ਕਹਿੰਦੇ ਹੋ ਜੀ? ਅਸੈਸਮੈਂਟ ਫॉर ਲਰਨਿੰਗ ਕਹਿੰਦੇ ਹੋ। ਅਸੈਸਮੈਂਟ ਸਿੱਖਣ ਲਈ ਮੁਲਾਂਕਣ ਮਤਲਬ ਕਿ ਅਸੈਸਮੈਂਟ ਫॉर ਲਰਨਿੰਗ। ਇੱਥੇ ਫॉर ਆ ਗਿਆ, ਦਾ ਆ ਗਿਆ ਜੀ ਆਫ, ਅਸੈਸਮੈਂਟ ਆਫ ਲਰਨਿੰਗ। ਅਸੈਸਮੈਂਟ ਤੇ ਮੁਲਾਂਕਣ ਇਹਨੂੰ ਤੁਸੀਂ ਕਹਿ ਸਕਦੇ ਹੋ ਅਸੈਸਮੈਂਟ ਐਜ਼ ਲਰਨਿੰਗ। ਸੋ ਇਹਨਾਂ ਚੀਜ਼ਾਂ ਤੇ ਧਿਆਨ ਦਿਓ, ਆਫ, ਫॉर ਐਂਡ ਐਜ਼। ਵੈਸੇ ਇਸ ਤੇ ਮੈਂ ਇੱਕ ਵੀਡੀਓ ਬਣਾਈ ਹੋਈ ਆ, ਤੁਸੀਂ ਉਸ ਵੀਡੀਓ ਨੂੰ ਜਰੂਰ ਦੇਖ ਲਿਓ। ਥਿਊਰੀ ਵਾਲੀ ਵੀਡੀਓ ਦੀ ਮੈਂ ਗੱਲ ਕਰ ਰਿਹਾ। ਸਹੀ ਜਵਾਬ ਬਣੇਗਾ ਜੀ ਆਪਸ਼ਨ ਨੰਬਰ ਏ ਜਵਾਬ ਤੁਹਾਡਾ ਸਹੀ ਹੋਏਗਾ। ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਵੈਦ ਨਿਗਮਨੀ ਦਲੀਲ ਦਾ ਸਿੱਟਾ ਕੀ ਹੁੰਦਾ ਹੈ? ਸਿੱਟਾ ਇੱਥੇ ਕਨਕਲੂਜਨ ਸਿੱਟਾ ਨੂੰ ਤੁਸੀਂ ਕਹਿੰਦੇ ਹੋ। ਦਲੀਲ ਵੈਦ ਨਿਗਮਨੀ ਦੀ ਗੱਲ ਕਰਦੇ ਆ ਤੇ ਇਹਨੂੰ ਤੁਸੀਂ ਵੈਲਿਡ ਡਿਡਕਟਿਵ ਮੈਥਡ ਦੀ ਗੱਲ ਕਰ ਰਹੇ ਹੋ। ਸੋ ਵੈਲਿਡ ਡਿਡਕਟਿਵ ਮੈਥਡ ਦੀ ਵਰਤੋਂ ਕਰਕੇ ਜਿਹੜਾ ਤੁਸੀਂ ਕਨਕਲੂਜਨ ਕੱਢਦੇ ਹੋ ਉਹ ਕਿਹੋ ਜਿਹਾ ਹੋਊਗਾ? ਕਿ ਉਹ ਨਿਸ਼ਚਿਤ ਹੋਊਗਾ, ਸੰਭਾਵੀ ਹੋਊਗਾ, ਅਨੁਭਵ ਜਾਂ ਫਿਰ ਨਿਰੀਖਣ? ਅਨੁਭਵ ਨਿਰੀਖਣ ਦਾ ਕੋਈ ਲੈਣਾ ਦੇਣਾ ਨਹੀਂ, ਸੰਭਾਵੀ ਜਾਂ ਨਿਸ਼ਚਿਤ ਕੋਈ ਹੋ ਸਕਦਾ ਆ। ਸੋ ਜਦੋਂ ਆਪਾਂ ਡਿਡਕਟਿਵ ਮੈਥਡ ਦੇ ਨਾਲ ਆਪਾਂ ਕੋਈ ਚੀਜ਼ ਕੱਢਦੇ ਹੈਗੇ ਆ, ਸੋ ਉਹ ਨਿਸ਼ਚਿਤ ਹੀ ਹੁੰਦੀ ਹੈ, ਮਤਲਬ ਉਹਦਾ ਜਿਹੜਾ ਜਵਾਬ ਹੋਊਗਾ ਜੀ ਉਹ ਪੱਕੀ ਗੱਲ ਹੈ ਕਿ ਉਹ ਨਿਸ਼ਚਿਤ ਹੀ ਉਹਦਾ ਸਹੀ ਹੋਣਾ ਆ। ਸੋ ਆਪਸ਼ਨ ਨੰਬਰ ਇਹ ਜਵਾਬ ਤੁਹਾਡਾ ਬਿਲਕੁਲ ਸਹੀ ਹੋਏਗਾ। ਚੱਲਦੇ ਹਾਂ ਜੀ ਅੱਜ ਦੇ ਆਪਣੇ ਸੈਕੰਡ ਲਾਸਟ ਪ੍ਰਸ਼ਨ ਤੇ। ਉਮਰ ਦੇ ਵਧਣ ਕਾਰਨ ਸਰੀਰਕ, ਸਮਾਜਿਕ ਅਤੇ ਮਾਨਸਿਕ ਪੱਖਾਂ ਦੇ ਅਧਿਐਨ ਨੂੰ ਕਿਹਾ ਕੀ ਜਾਂਦਾ ਆ? ਕਿ ਇਹਨੂੰ ਤੁਸੀਂ ਉਤਪਤੀ ਵਿਗਿਆਨ ਕਹਿੰਦੇ ਹੋ, ਸੁਹਜਵਾਦ ਕਹਿੰਦੇ ਹੋ, ਬਿਰਧ ਰੋਗ ਵਿਗਿਆਨ ਕਹਿੰਦੇ ਹੋ ਜਾਂ ਫਿਰ ਨਿਦਾਨਕ ਮਨੋਵਿਗਿਆਨ ਕਹਿੰਦੇ ਹੋ। ਨਿਦਾਨਕ ਮਨੋਵਿਗਿਆਨ। ਸੋ ਇਸ ਤਰ੍ਹਾਂ ਦੇ ਤੁਸੀਂ ਅਧਿਐਨ ਨੂੰ ਕੀ ਕਹਿੰਦੇ ਹੋ ਜੀ? ਬਿਰਧ ਰੋਗ ਵਿਗਿਆਨ ਕਹਿੰਦੇ ਹੋ। ਸੋ ਆਪਸ਼ਨ ਨੰਬਰ ਸੀ ਜਵਾਬ ਤੇ ਤੁਸੀਂ ਲਗਾ ਸਕਦੇ ਹੋ ਟਿਕ। ਚੱਲਦੇ ਹਾਂ ਜੀ ਅੱਜ ਦੇ ਆਪਣੇ ਲਾਸਟ ਪ੍ਰਸ਼ਨ ਦੇ ਉੱਤੇ। ਥੌਰਨਡਾਈਕ ਨੇ ਸਿੱਖਣ ਦੇ ਕਿਸ ਨਿਯਮ ਨੂੰ ਪੇਸ਼ ਨਹੀਂ ਕੀਤਾ ਸੀਗਾ? ਮਤਲਬ ਇਹ ਕਿ ਇੱਥੇ 4 ਆਪਸ਼ਨ ਦਿੱਤੇ ਹੋਏ ਆ। ਇਹਨਾਂ 4 ਆਪਸ਼ਨਾਂ ਦੇ ਵਿੱਚੋਂ 3 ਆਪਸ਼ਨ ਤਾਂ ਇਹੋ ਜਿਹੇ ਹੈਗੇ ਆ ਜਿਹਦੀ ਗੱਲ ਕੀਤੀ ਗਈ ਸੀਗੀ ਕਿਹਦੇ ਦੁਆਰਾ? ਥੌਰਨਡਾਈਕ ਦੁਆਰਾ। ਮਤਲਬ ਇਹ ਕਿ ਉਹਨਾਂ ਨੇ ਕੁਝ ਲਾਅ ਆਫ ਲਰਨਿੰਗ ਦਿੱਤੇ ਹੋਏ ਆ। ਕੀ ਦਿੱਤੇ ਹੋਏ ਆ ਜੀ? ਲਾਅ ਆਫ ਲਰਨਿੰਗ ਉਹਨਾਂ ਦੁਆਰਾ ਦਿੱਤੇ ਹੋਏ ਆ, ਜਿਹਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਚੀਜ਼ ਆ ਜਾਂਦੀ ਜੀ, ਹੁਣ ਆਪਾਂ ਇਹਨੂੰ ਵੀ ਡਿਸਕਸ ਕਰ ਲਾਂਗੇ, ਨਾਲ ਆਨਸਰ ਵੀ ਦੇਖਾਂਗੇ। ਉਹਨਾਂ ਨੇ ਗੱਲ ਕੀਤੀ ਹੈਗੀ ਆ ਜੀ ਲਾਅ ਆਫ ਲਰਨਿੰਗ ਦੀ ਗੱਲ ਕੀਤੀ ਆ, ਤੇ ਲਾਅ ਆਫ ਲਰਨਿੰਗ ਦੇ ਵਿੱਚ ਲਾਅ ਆਫ ਉਹਨਾਂ ਨੇ ਐਕਸਰਸਾਈਜ਼ ਜਿਹੜੀ ਕਿ ਪਹਿਲੀ ਆਪਸ਼ਨ ਹੈਗੀ ਜੀ ਇਹਦੀ ਗੱਲ ਕੀਤੀ ਆ। ਦੂਜਾ ਤੁਸੀਂ ਵੇਖ ਲਓ ਲਾਅ ਆਫ ਰੈਡੀਨੈਸ ਦੀ ਉਹਨਾਂ ਨੇ ਗੱਲ ਕੀਤੀ ਆ। ਲਾਅ ਆਫ ਰੈਡੀਨੈਸ ਦੀ ਉਹਨਾਂ ਨੇ ਗੱਲ ਕੀਤੀ ਆ। ਤੇ ਇੱਕ ਆਪਸ਼ਨ ਹੈਗੀ ਆ ਜੀ ਲਾਅ ਆਫ ਇਫੈਕਟ। ਲਾਅ ਆਫ ਇਫੈਕਟ ਦੀ ਵੀ ਉਹਨਾਂ ਨੇ ਗੱਲ ਕੀਤੀ ਆ। ਬਟ ਜੇਕਰ ਗੱਲ ਕਰੀਏ ਲਾਅ ਆਫ ਇਮੀਡੀਏਟ ਰਿਕਾਲ ਦੀ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ। ਸੋ ਮਤਲਬ ਇਹ ਕਿ ਥੌਰਨਡਾਈਕ ਨੇ ਸਿੱਖਣ ਦੇ ਕਿਸ ਨਿਯਮ ਨੂੰ ਨਹੀਂ ਪੇਸ਼ ਕੀਤਾ। ਸੋ ਆਪਸ਼ਨ ਨੰਬਰ ਬੀ ਦੀ ਉਹਨਾਂ ਨੇ ਗੱਲ ਕੋਈ ਵੀ ਨਹੀਂ ਕੀਤੀ ਐਂਡ ਇਹੀ ਆਪਣਾ ਸਹੀ ਜਵਾਬ ਹੋਊਗਾ। ਤੇ ਚੱਲਦੇ ਹਾਂ ਜੀ ਅੱਜ ਦੇ ਆਪਣੇ ਲਾਸਟ ਪ੍ਰਸ਼ਨ ਦੇ ਉੱਤੇ, ਜਿਹੜਾ ਕਿ ਮੈਂ ਕੱਲ ਵੀ ਡਿਸਕਸ ਕੀਤਾ ਸੀਗਾ, ਕੇਂਦਰ ਮੁਖੀ ਸੋਚ ਕਨਵਰਜੈਂਟ ਥਿੰਕਿੰਗ। ਵੈਸੇ ਤਾਂ ਇਹ ਜਿਹੜਾ ਪ੍ਰਸ਼ਨ ਹੈਗਾ ਆ ਕੱਲ ਵਾਲੀ ਵੀਡੀਓ ਦੇ ਵਿੱਚ ਮੈਂ ਇਸ ਪਾਰਟ ਨੂੰ ਰਿਮੂਵ ਕਰ ਦਿੱਤਾ ਹੈ। ਵੈਸੇ ਤਾਂ ਦੋਸਤੋ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਕੁਐਸਚਨਾਂ ਤੇ ਮੈਨੂੰ ਖੁਦ ਨੂੰ ਡਾਊਟ ਹੈਗਾ ਆ, ਮਤਲਬ ਇਹ ਕਿ ਮੇਰੇ ਅਕੋਰਡਿੰਗ ਜਿਹੜਾ ਜਵਾਬ ਹੈਗਾ ਜੀ ਉਹ ਹੋਰ ਬਣਦਾ ਹੁੰਦਾ, ਪਰ ਉਹਨਾਂ ਨੇ ਆਨਸਰ ਕੀ ਵਿੱਚ ਕੋਈ ਹੋਰ ਜਵਾਬ ਦਿੱਤਾ ਹੁੰਦਾ। ਜਦੋਂ ਤੱਕ ਮੇਰੇ ਦਿਲ ਨੂੰ ਤਸੱਲੀ ਨਾ ਹੋਵੇ ਉਸ ਪ੍ਰਸ਼ਨ ਨੂੰ ਮੈਂ ਡਿਸਕਸ ਨਹੀਂ ਕਰਦਾ, ਜਾਂ ਫਿਰ ਇਹੋ ਜਿਹੇ ਪ੍ਰਸ਼ਨ ਨੂੰ ਮੈਂ ਛੱਡ ਹੀ ਦਿੰਦਾ ਹੁੰਨਾ। ਕਿਉਂਕਿ ਐਗਜ਼ਾਮ ਦੇ ਵਿੱਚ ਇਹੋ ਜਿਹਾ ਜੇਕਰ ਪ੍ਰਸ਼ਨ ਆ ਵੀ ਜਾਂਦਾ ਆ, ਤੇ ਜੇਕਰ CDP ਵਿੱਚ 30 ਪ੍ਰਸ਼ਨ ਹੁੰਦੇ ਆ ਤੇ 30 ਵਿੱਚੋਂ ਇੱਕ ਇਹੋ ਜਿਹਾ ਪ੍ਰਸ਼ਨ ਆ ਸਕਦਾ ਆ, 2 ਆ ਸਕਦੇ ਆ, ਸਾਰੇ ਤਾਂ ਨਹੀਂ ਹੋਣਗੇ। ਸੋ ਮੈਂ ਸਮਝਦਾ ਹੁੰਨਾ ਕਿ ਇਹੋ ਜਿਹੇ ਜਿਹੜੇ ਡਾਊਟ ਵਾਲੇ ਪ੍ਰਸ਼ਨ ਨੇ, ਕਿਉਂਕਿ ਕੁਝ ਸਟੂਡੈਂਟ ਇਹੋ ਜਿਹੇ ਹੁੰਦੇ ਨੇ ਜਿਹੜੇ ਕਿ ਇੱਕ ਅੱਧਾ ਇਹੋ ਜਿਹਾ ਪ੍ਰਸ਼ਨ ਆ ਜਾਵੇ ਜਿਹੜਾ ਕਿ ਕਲੋਜ਼ਲੀ ਰਿਲੇਟਡ ਹੁੰਦਾ ਆ, ਜਿਹਦਾ ਲੱਗਦਾ ਹੁੰਦਾ ਕਿ ਸ਼ਾਇਦ 2 ਜਵਾਬ ਵੀ ਸਹੀ ਹੋ ਸਕਦੇ ਆ, ਉਹਨਾਂ ਪ੍ਰਸ਼ਨਾਂ ਦੇ ਬੈਠੇ ਰਹਿੰਦੇ ਆ। ਸੋ ਮੈਨੂੰ ਲੱਗਦਾ ਹੁੰਦਾ ਕਿ ਉਹਨਾਂ ਚੀਜ਼ਾਂ ਨੂੰ ਛੱਡ ਕੇ ਤੁਹਾਨੂੰ ਹੋਰ ਜਿਹੜੀਆਂ ਚੀਜ਼ਾਂ ਨੇ ਜੀ ਉਹਨਾਂ ਤੇ ਧਿਆਨ ਦੇਣਾ ਚਾਹੀਦਾ ਆ। ਸੋ ਆਪਾਂ ਇਸ ਪ੍ਰਸ਼ਨ ਦੀ ਗੱਲ ਕਰ ਰਹੇ ਸੀਗੇ ਕੱਲ। ਮੈਂ ਤੁਹਾਨੂੰ ਵੈਸੇ ਆਪਦੇ ਵੱਲੋਂ ਜੋ ਮੈਨੂੰ ਸਹੀ ਲੱਗਿਆ ਸੀ ਮੈਂ ਉਹਦੇ ਬਾਰੇ ਦੱਸਦਾ ਸੀਗਾ। ਤੇ ਕਨਵਰਜੈਂਟ ਥਿੰਕਿੰਗ ਹੁੰਦੀ ਕੀ ਆ ਜੀ? ਜਿਵੇਂ ਕਿ ਟੂ ਦਾ ਪੁਆਇੰਟ ਗੱਲ ਕਰਨੀ। ਜੇ ਮੈਂ ਕੋਈ ਪ੍ਰਸ਼ਨ ਪੁੱਛਿਆ ਤੇ ਬੱਚੇ ਨੇ
याद किया सीगा भी टू द पॉइंट उन्हें गल सुनाती। बट जेकर गल करिए कि जेकर आपां डाइवर्जेंट थिंकिंग की गल करते हैं, डाइवर्जेंट थिंकिंग जी रिलेटेड है जी वो रिलेटेड है जी क्रिएटिविटी तो, प्रोडक्टिव थिंकिंग तो। बट क्वेश्चन का जिहड़ा मैं सही जवाब दस्सिया सीगा जी मेरे अकॉर्डिंग मैं उदों कहा भी सीगा कि रीप्रोड्यूसिंग थिंकिंग हो सकता है। बट काफ़ी सारे साथियों ने, काफ़ी सारे तक कि 2 जणिਆਂ ने कमेंट किया सीगा कि सर इहदा जिहड़ा सही जवाब बनेगा जी इंटैलीजेंस बनेगा, बुद्धि बनेगा। नो डाउट जिहड़ा कन्वर्जेंट थिंकिंग है क्लोजली रिलेटेड हैगा आ जिहड़ा वर्ड हैगा आ इंटैलीजेंस। बट मेरे अकॉर्डिंग जिहड़ी इंटैलीजेंस या फिर बुद्धि टर्म है ना, मतलब ये काफ़ी वाइडर हैगी है। मेरे अकॉर्डिंग मैं गल कर रहा, ये ना कहो कि मैं बिल्कुल ही तुहानू पक्का कह रहा कि किहड़ा जवाब सही होगा। मेरे अकॉर्डिंग बुद्धि टर्म दे विच काफ़ी सारे जिहड़े एस्पैक्ट हैगे जी शामिल हुंदे आ, जिहदे विच मैं दस्सिया सीगा मैथ हो गया, ड्राइंग हो गया, पेंटिंग हो गया, काफ़ी सारे होर भी स्किल्स हो सकदियां ने इंटैलीजेंस दे विच। सो इंटैलीजेंस क्लोजली रिलेटेड हो सकता है कन्वर्जेंट थिंकिंग तो। बट जदों आपां रीप्रोड्यूसिंग थिंकिंग की गल करते हैं, रीप्रोड्यूसिंग थिंकिंग दे विच एक जिहड़ा बच्चा हैगा आ, जिहड़ियां चीज़ां उहदे सामने पईयां होईयां ने उन्हां चीज़ां नूं ही एज इट इज़ रिप्रोड्यूस कर रहा। सो मैनूं लग्गिया भी ये भी कन्वर्जेंट थिंकिंग हो सकती है। सो इहदा जिहड़ा जवाब हैगा जे तुसीं आप ही वेख लिओ की बनना आ। बाकी कन्वर्जेंट थिंकिंग हुंदी की आ, डाइवर्जेंट थिंकिंग की हुंदी है, उहदे बारे मैं तुहानूं दसदा आ। सो दोस्तों लास्ट ते मैनूं जरूर दस्सिओ तुहाडे जिहड़े नंबर ने जी वो 15 विचों किन्ने बने ने। एक जिहड़ा आ प्रश्न हैगा जी मैनूं छड्ड ही दित्ता आ, ये तुसीं आपदे वल्लों वेख लिओ, जिहड़ा जवाब तुहानूं सही लगदा होवे उस अकॉर्डिंग तुसीं इहनूं सही कर लिओ। सो इस प्रश्न का जिहड़े जवाब सीगे जी तुसीं जिहड़े भी 15 विचों दित्ते आ, तुसीं वो दस्सिओ किन्ने क तुहाडे नंबर बने आ। एंड इन फ्यूचर मैं कोशिश करूँगा कि जिहड़े डाउट वाले प्रश्न ने, जिवें कि मान लो पिछले सालों के विच जे उन्होंने 30 प्रश्न पाए आ, तो जेकर आप एक प्रश्न नूं छड्ड भी दिता जिहदा पक्का पता है कि यार इहदे विच डाउट होऊगा, उहदे पिछे टाइम खराब करन दा कोई एवें मतलब बनता है नहीं, क्योंकि अपना अल्टीमेट एम हैगा जी कि तुहाडा एग्जाम क्लीयर कराउणा। इस प्रीख्या विच आपां टॉप नहीं करना हुंदा, बट फिर भी आपां टारगेट लैके चलांगे कि आपां इस प्रीख्या विच 110 प्लस नंबर लईए। एंड मैं पूरी कोशिश करूंगा कि जिन्ने अपने तो होणगे जी आपां उन्नियां वीडियोस तुहानूं प्रोवाइड करवावांगे। वीडियो पसंद आई होवे तां वीडियो नूं लाइक कर दिओ, चैनल नूं सबसक्राइब कर दिओ एंड इस वीडियो नूं आपदे दोस्तां नाल शेयर कर दिओ। सो इस नोट नाल ही मैनूं दिओ इजाजत। थैंक यू सो मच फॉर वॉचिंग। गॉड ब्लैस यू ऑल।